ਇਹ ਉਹ ਧਰਤੀ ਹੈ ਜਿੱਥੇ 1699 ਤੋਂ ਪਹਿਲਾਂ ਹਾਲਾਤ ਇਦਾਂ ਦੇ ਸੀ ਕਿ ਕੋਈ ਮੁਗਲ ਬਾਦਸ਼ਾਹ ਜਾਂ ਸੂਬੇਦਾਰ ਜਿੱਦਾਂ ਦੀ ਉਹਦੀ ਮਰਜ਼ੀ ਹੁੰਦੀ ਸੀ ਉਹ ਆਪਣੀ ਮਰਜ਼ੀ ਦੇ ਅਨੁਸਾਰ ਇੱਥੇ ਫੈਸਲੇ ਲੈਂਦਾ ਸੀ, ਇੱਥੇ ਕੰਮ ਕਰਦਾ ਸੀ। ਪਹਿਲੀ ਗੱਲ ਤਾਂ ਇਹ ਕਿ ਇਸ ਧਰਤੀ 'ਚ ਜਿਹੜੇ ਸਾਡੇ ਕਿਸਾਨ ਸੀ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 1708 ਤੋਂ ਬਾਅਦ, ਕਿਉਂਕਿ ਉਸ ਤੋਂ ਪਹਿਲਾਂ ਇੱਕ ਬੰਧੂਆ ਮਜ਼ਦੂਰਾਂ ਦੀ ਤਰੀਕੇ ਦੇ ਨਾਲ ਸਾਡੇ ਜਿਹੜੇ ਜ਼ਿਮੀਂਦਾਰ ਸੀਗੇ ਉਹ ਮੁਗਲਾਂ ਦੇ ਹੇਠ ਉਹ ਕੰਮ ਕਰਦੇ ਸੀ। ਇਸ ਖਿੱਤੇ ਦੀ ਜਿਹੜੀ ਖੁਦ ਮੁਖਤਿਆਰੀ ਹੈ ਉਹ 1699 ਦੀ ਵਿਸਾਖੀ ਤੋਂ ਬਾਅਦ ਮਿਲੀ ਹੈ, ਕਿਉਂਕਿ ਉਸ ਤੋਂ ਬਾਅਦ ਖਾਲਸਾ ਜਿਹੜਾ ਰਾਜ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ 1708 ਦੇ ਨੇੜੇ ਸਥਾਪਿਤ ਕੀਤਾ। ਉਹ ਤੁਹਾਡੀ ਇਹ ਯਮੁਨਾ ਨਗਰ ਦੀ ਧਰਤੀ ਹੈ ਜਿੱਥੋਂ ਕਾਫਲਾ ਹੁੰਦਾ ਹੋਇਆ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾ ਕੇ ਉਹਨੇ ਜੰਗ ਲੜਿਆ ਸੀ। ਉਸ ਤੋਂ ਪਹਿਲਾਂ ਵੀ ਲੜੇ ਸਨ, ਭਾਵੇਂ ਉਹ ਚੱਪੜਚਿੜੀ ਦੀ ਲੜਾਈ ਹੋਵੇ, ਸੰਢੋਰੇ ਦੀ ਲੜਾਈ ਹੋਵੇ ਜਾਂ ਹੋਰ ਜੰਗਾਂ ਹੋਣ। ਜਦੋਂ ਅਬਦਾਲੀ ਵਰਗੇ ਇਸ ਮੁਲਕ 'ਚ ਚੜ ਕੇ ਆਉਂਦੇ ਸੀਗੇ ਤੇ ਇੱਥੋਂ ਦਾ ਸਾਰਾ ਖਜ਼ਾਨਾ, ਇੱਥੋਂ ਤੱਕ ਕਿ ਇੱਥੋਂ ਦੀਆਂ ਜਿਹੜੇ ਹਿੰਦੂ ਲੋਕ ਸੀਗੇ ਉਹਨਾਂ ਦੀ ਬਹੂ ਬੇਟੀਆਂ ਨੂੰ ਤੱਕ ਚੁੱਕ ਕੇ ਲੈ ਜਾਂਦੇ ਸੀ, ਪਰ ਕੋਈ ਰੋਕਣ ਵਾਲਾ ਨਹੀਂ ਸੀ। ਸਿਰਫ ਇੱਕ ਖਾਲਸੇ ਨੇ ਵੰਗਾਰ ਪਾਈ ਸੀ। ਸਾਧ ਸੰਗਤ ਜੀਓ, ਬੜੇ ਹੀ ਅਸੀਂ ਵਡਭਾਗੇ ਆ ਕਿ ਸਾਨੂੰ ਅੱਜ ਪਵਿੱਤਰ ਜਿਹੜਾ ਦਿਹਾੜਾ ਲੰਘ ਕੇ ਗਿਆ ਵਿਸਾਖੀ ਦਾ, ਉਸ ਦੇ ਸੰਬੰਧ ਵਿੱਚ ਅੱਜ ਗੁਰਮਤਿ ਵਿਚਾਰਾਂ, ਗੁਰੂ ਦੀ ਸੰਗਤ ਦਾ ਨਿੱਘ ਮਾਣਨ ਦਾ ਸਮਾਂ ਸੁਭਾਗ ਪ੍ਰਾਪਤ ਹੋਇਆ। ਆਓ ਆਪਾਂ 5-7 ਮਿੰਟ ਵਿਚਾਰਾਂ ਕਰਨੀਆਂ ਨੇ ਕਿ ਜਿਹੜੀ ਅਸੀਂ ਵਿਸਾਖੀ ਮਨਾਉਂਦੇ ਆ, ਖਾਲਸੇ ਦਾ ਪ੍ਰਗਟ ਦਿਵਸ ਮਨਾਉਂਦੇ ਆ, ਪ੍ਰਗਟ ਦਿਹਾੜਾ ਮਨਾਉਂਦੇ ਆ, ਉਹਦਾ ਕੀ ਮਨੋਰਥ ਹੈ। ਉਸ ਦਿਨ ਤੋਂ ਬਾਅਦ ਇਸ ਮੁਲਕ ਦੇ ਅੰਦਰ, ਇਸ ਖਿੱਤੇ ਦੇ ਅੰਦਰ, ਹਿੰਦੁਸਤਾਨ ਦੇ ਅੰਦਰ, ਏਸ਼ੀਆ ਦੇ ਅੰਦਰ ਉਸ ਦਿਨ ਤੋਂ ਬਾਅਦ ਕੀ ਬਦਲਾਅ ਆਏ। ਸੋ ਆਓ ਵਿਚਾਰਾਂ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਅੱਜ ਵਿਸਾਖੀ ਦਾ ਦਿਹਾੜਾ ਮਨਾ ਰਹੇ ਹਾਂ, ਭਾਵ 1699 ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਸਾਜਿਆ ਸੀ। ਅਸਲ ਦੇ ਵਿੱਚ ਖਾਲਸਾ ਕਿਉਂ ਸਾਜਿਆ, ਕਿਉਂ ਉਹਦੀ ਲੋੜ ਪਈ, ਇਹਦੇ ਬਹੁਤ ਵੱਡੇ ਕਾਰਨ ਨੇ ਸਾਡੇ ਕੋਲੇ। ਇਹ ਉਹ ਧਰਤੀ ਹੈ, ਪੰਜਾਬ ਜਾਂ ਹਰਿਆਣਾ ਉਦੋਂ ਇੱਕੋ ਹੀ ਸੀ, ਮੈਂ ਇੱਕੋ ਹੀ ਗੱਲ ਕਰਾਂਗਾ ਇਸ ਕਰਕੇ। ਇਹ ਉਹ ਧਰਤੀ ਹੈ ਜਿੱਥੇ 1699 ਤੋਂ ਪਹਿਲਾਂ ਹਾਲਾਤ ਇਦਾਂ ਦੇ ਸੀ ਕਿ ਕੋਈ ਮੁਗਲ ਬਾਦਸ਼ਾਹ ਜਾਂ ਸੂਬੇਦਾਰ ਜਿੱਦਾਂ ਦੀ ਉਹਦੀ ਮਰਜ਼ੀ ਹੁੰਦੀ ਸੀ ਉਹ ਆਪਣੀ ਮਰਜ਼ੀ ਦੇ ਅਨੁਸਾਰ ਇੱਥੇ ਫੈਸਲੇ ਲੈਂਦਾ ਸੀ, ਇੱਥੇ ਕੰਮ ਕਰਦਾ ਸੀ। ਪਰ 1699 ਦੀ ਵਿਸਾਖੀ ਤੋਂ ਬਾਅਦ ਜੋ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਸਾਜਿਆ, ਉਹਨੇ ਇਸ ਮੁਲਕ 'ਚ ਨਹੀਂ ਪੂਰੇ ਏਸ਼ੀਆ 'ਚ ਬਦਲਾਅ ਲੈ ਕੇ ਆਂਦਾ। ਪਹਿਲੀ ਗੱਲ ਤਾਂ ਇਹ ਕਿ ਇਸ ਧਰਤੀ 'ਚ ਜਿਹੜੇ ਸਾਡੇ ਕਿਸਾਨ ਸੀ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 1708 ਤੋਂ ਬਾਅਦ, ਕਿਉਂਕਿ ਉਸ ਤੋਂ ਪਹਿਲਾਂ ਇੱਕ ਬੰਧੂਆ ਮਜ਼ਦੂਰਾਂ ਦੀ ਤਰੀਕੇ ਦੇ ਨਾਲ ਸਾਡੇ ਜਿਹੜੇ ਜ਼ਿਮੀਂਦਾਰ ਸੀਗੇ ਉਹ ਮੁਗਲਾਂ ਦੇ ਹੇਠ ਉਹ ਕੰਮ ਕਰਦੇ ਸੀ। ਉਹਨਾਂ ਨੂੰ ਖੁਦ ਇਸ ਖਿੱਤੇ ਦੀ ਜਿਹੜੀ ਖੁਦ ਮੁਖਤਿਆਰੀ ਹੈ ਉਹ 1699 ਦੀ ਵਿਸਾਖੀ ਤੋਂ ਬਾਅਦ ਮਿਲੀ ਹੈ, ਕਿਉਂਕਿ ਉਸ ਤੋਂ ਬਾਅਦ ਖਾਲਸਾ ਜਿਹੜਾ ਰਾਜ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ 1708 ਦੇ ਨੇੜੇ ਸਥਾਪਿਤ ਕੀਤਾ।
ਉਹ ਤੁਹਾਡੀ ਇਹ ਯਮੁਨਾ ਨਗਰ ਦੀ ਧਰਤੀ ਹੈ ਜਿੱਥੋਂ ਕਾਫਲਾ ਹੁੰਦਾ ਹੋਇਆ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾ ਕੇ ਉਹਨੇ ਜੰਗ ਲੜਿਆ ਸੀ। ਉਸ ਤੋਂ ਪਹਿਲਾਂ ਵੀ ਲੜੇ ਸਨ, ਭਾਵੇਂ ਉਹ ਚੱਪੜਚਿੜੀ ਦੀ ਲੜਾਈ ਹੋਵੇ, ਸੰਢੋਰੇ ਦੀ ਲੜਾਈ ਹੋਵੇ ਜਾਂ ਹੋਰ ਜੰਗਾਂ ਹੋਣ। ਸੋ ਗੱਲ ਆਪਾਂ ਉਹੀ ਕਰਨੀ ਹੈ ਵਿਸ਼ਾ ਕਿ 1699 ਨਾਲ ਜੋੜਨਾ ਹਰ ਗੱਲ ਨੂੰ ਕਿ ਉਸ ਤੋਂ ਬਾਅਦ ਕੀ ਬਦਲਾਅ ਆਏ। ਖਾਲਸਾ ਸਾਜਿਆ ਗਿਆ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੀ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਗੱਲ ਕਰਕੇ ਹਟੇ ਆ, ਜਿਨ੍ਹਾਂ ਨੇ ਆਪਣੇ ਰਾਜ ਦੇ ਸਮੇਂ ਸਿੱਖ ਰਾਜ ਦੇ ਜਿਹੜੇ ਝੰਡੇ ਉਹ ਬੁਲੰਦ ਕੀਤੇ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਆਉਂਦੀ ਹੈ, ਸਿੱਖ ਮਿਸਲਾਂ ਦੀ ਜਿਹੜੀ ਗੱਲ ਆਉਂਦੀ ਹੈ, ਜਦੋਂ ਅਬਦਾਲੀ ਵਰਗੇ ਇਸ ਮੁਲਕ 'ਚ ਚੜ ਕੇ ਆਉਂਦੇ ਸੀਗੇ ਤੇ ਇੱਥੋਂ ਦਾ ਸਾਰਾ ਖਜ਼ਾਨਾ, ਇੱਥੋਂ ਤੱਕ ਕਿ ਇੱਥੋਂ ਦੀਆਂ ਜਿਹੜੇ ਹਿੰਦੂ ਲੋਕ ਸੀਗੇ ਉਹਨਾਂ ਦੀ ਬਹੂ ਬੇਟੀਆਂ ਨੂੰ ਤੱਕ ਚੁੱਕ ਕੇ ਲੈ ਜਾਂਦੇ ਸੀ, ਪਰ ਕੋਈ ਰੋਕਣ ਵਾਲਾ ਨਹੀਂ ਸੀ। ਸਿਰਫ ਇੱਕ ਖਾਲਸੇ ਨੇ ਵੰਗਾਰ ਪਾਈ ਸੀ। ਮੈਂ ਗੱਲ ਕਰਾਂਗਾ 1763 ਦੀ, ਜਦੋਂ ਖਾਲਸਾ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾ ਰਿਹਾ ਸੀਗਾ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤਸਰ। ਉੱਥੇ ਸਰਬੱਤ ਖਾਲਸਾ ਥਾਪਿਆ ਹੋਇਆ ਸੀ, ਸਾਜਿਆ ਹੋਇਆ ਸੀਗਾ ਉਸ ਸਮੇਂ। ਤੇ ਇੱਕ ਹਿੰਦੂ ਬ੍ਰਾਹਮਣ ਉਸ ਸਮੇਂ ਸਿੱਖਾਂ ਦੇ ਕੋਲੇ ਫਰਿਆਦ ਲੈ ਕੇ ਆਇਆ ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਤਖਤ ਬਣਾਇਆ, ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇਹ ਤਖਤ ਬਣਾਇਆ ਕਿ ਇੱਥੇ ਹਰ ਇੱਕ ਜਿਹੜਾ ਗਰੀਬ ਹੈ ਉਹਦੀ ਫਰਿਆਦ ਸੁਣੀ ਜਾਣੀ ਹੈ, ਉਹਦੀ ਮੰਗ ਪੂਰੀ ਹੋਊਗੀ ਕਿ ਮੇਰੀ ਵੀ ਮੰਗ ਸੁਣੀ ਜਾਵੇ। ਤੇ ਉੱਥੇ ਬੈਠੇ ਸਿੱਖਾਂ ਨੇ ਪੁੱਛਿਆ ਕਿ ਦੱਸ ਤੈਨੂੰ ਕੀ ਸਮੱਸਿਆ, ਕੀ ਤਕਲੀਫ ਹੈ। ਤੇ ਉਹਨੇ ਦੱਸਿਆ ਕਿ ਜਿਹੜਾ ਕਸੂਰ ਦਾ ਸੂਬੇਦਾਰ ਹੈ ਉਸਮਾਨ ਖਾਨ, ਉਹ ਮੇਰੀ ਨਵ-ਵਿਆਹੁਤਾ ਪਤਨੀ ਹੈ ਜਿਹੜੀ, ਉਹਨੂੰ ਆਪਣੇ ਹਰਮ ਦੇ ਵਿੱਚ ਬਿਠਾ ਕੇ ਉਹ ਲੈ ਗਿਆ। ਉਹਨੂੰ ਛਡਾਉਣ ਵਾਲਾ ਕੋਈ ਨਹੀਂ, ਨਾ ਹੀ ਮੇਰੀ ਕਿਸੇ ਹਿੰਦੂ ਰਾਜੇ ਨੇ ਗੱਲ ਸੁਣੀ ਹੈ, ਨਾ ਹੀ ਕਿਸੇ ਹੋਰ ਰਾਜੇ ਨੇ ਗੱਲ ਸੁਣੀ ਹੈ। ਮੈਨੂੰ ਸਿਰਫ ਸਿੱਖਾਂ ਦਾ ਪਤਾ ਸੀ, ਇਸ ਲਈ ਮੈਂ ਤੁਹਾਡੇ ਕੋਲ ਆਇਆ, ਤੁਸੀਂ ਮੇਰੀ ਮਦਦ ਕਰੋ। ਉਸ ਤੋਂ ਬਾਅਦ ਸਿੱਖਾਂ ਨੇ ਭਾਈ ਜੱਸਾ ਸਿੰਘ ਰਾਮਗੜੀਆ ਹੋਰਾਂ ਨੇ ਆਪਸ ਦੇ ਵਿੱਚ ਸਲਾਹ ਮਸ਼ਵਰਾ ਕੀਤਾ ਤੇ ਹਰੀ ਸਿੰਘ ਭੰਗੀ ਹੋਰੀ ਕਹਿਣ ਲੱਗੇ ਕਿ ਜਲਦ ਤੋਂ ਜਲਦ ਇਸ ਬ੍ਰਾਹਮਣ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ। ਜੱਸਾ ਸਿੰਘ ਰਾਮਗੜੀਆ ਹੋਰੀ ਜਾਂ ਹੋਰ ਜਿਹੜੇ ਸਿੱਖ ਜਰਨੈਲ ਸਨ ਉਹ ਕਹਿਣ ਲੱਗੇ ਕਿ ਸਾਨੂੰ ਥੋੜਾ ਜਿਹਾ ਇਸ ਗੱਲ ਨੂੰ ਵਿਚਾਰਨਾ ਪਵੇਗਾ, ਕਿਉਂਕਿ ਕਸੂਰ ਇੱਕ ਇਹੋ ਜਿਹੀ ਰਿਆਸਤ ਸੀਗੀ ਜਿਹਨੂੰ ਨਾ ਤਾਂ ਅਫਗਾਨ ਜਿੱਤ ਸਕੇ ਸੀ ਤੇ ਨਾ ਮੁਗਲ। ਇੱਕ ਇਹੋ ਜਿਹੀ ਰਿਆਸਤ ਸੀ ਤੇ ਉਹਨਾਂ ਨੇ ਇਹੋ ਜਿਹੇ ਜ਼ਬਰਦਸਤ 12 ਕਿਲੇ ਬਣਾਏ ਹੋਏ ਸਨ ਕਿ ਉਹਨੂੰ ਢਾਉਣਾ, ਉਹਨਾਂ ਨਾਲ ਲੜਨਾ ਬੜਾ ਔਖਾ ਸੀ। ਤੇ ਉਸ ਸਮੇਂ ਫਿਰ ਹਰੀ ਸਿੰਘ ਭੰਗੀ ਉਹ ਕਹਿਣ ਲੱਗੇ ਕਿ ਨਹੀਂ, ਮੈਂ ਇਸ ਸਿੱਖ ਨੂੰ ਵਚਨ ਦੇ ਚੁੱਕੇ ਹਾਂ, ਅਸੀਂ ਇਹਦੀ ਮਦਦ ਕਰਨੀ ਹੈ, ਕਸੂਰ ਤੇ ਸਾਨੂੰ ਹਮਲਾ ਕਰਨਾ ਪੈਣਾ। ਤੇ ਫਿਰ ਸਿੱਖ ਕਹਿਣ ਲੱਗੇ ਜਿਹੜੀ ਕਸੂਰ ਰਿਆਸਤ ਹੈ ਉਹ ਮਾੜੀ ਮੋਟੀ ਰਿਆਸਤ ਨਹੀਂ, ਉਹਦੇ ਨਾਲ ਪੰਗਾ ਲੈਣਾ, ਕਾਲੀ ਦੇ ਵਿੱਚ ਕੋਈ ਵੀ ਚੁੱਕਿਆ ਕਦਮ ਸਾਡੇ ਲਈ ਨੁਕਸਾਨਦੇਹ ਵੀ ਸਿੱਧ ਹੋ ਸਕਦਾ। ਫਿਰ ਜਦੋਂ ਆਪਾਂ ਕਹਿ ਦਿੰਦੇ ਆ ਨਾ ਵੀ ਸਾਰੀ ਗੱਲਾਂ ਜਦੋਂ ਨਾ ਨਿਬੜਨ ਤੇ ਕਿੱਥੇ ਜਾਣਾ ਪੈਂਦਾ, ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ 'ਚ। ਉਦੋਂ ਦੇ ਸਿੱਖ ਪੱਕੇ ਸੀਗੇ, ਇਹ ਨਹੀਂ ਵੀ ਜੋ ਹੁਕਮ ਆਇਆ ਨਾਮਾ ਆਇਆ ਉਹਨੂੰ ਅਸੀਂ ਬਦਲ ਲੈਣਾ, ਨਹੀਂ। ਤੇ ਸਿੱਖਾਂ ਨੇ ਫੈਸਲਾ ਕੀਤਾ ਕਿ ਆਓ ਅਕਾਲ ਤਖਤ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੀਏ, ਹੁਕਮਨਾਮਾ ਲਈਏ ਕਿ ਕਸੂਰ ਨਾਲ ਜੰਗ ਲੜਨੀ ਹੈ ਜਾਂ ਨਹੀਂ। ਹੁਕਮਨਾਮਾ ਸਿੱਖਾਂ ਨੇ ਉਦੋਂ ਲਿਆ ਜਿਹੜਾ ਉਹ ਹਾਂ ਪੱਖੀ ਆਇਆ ਕਿ ਅਸੀਂ ਜਿਹੜੀ ਜੰਗ ਹੈ ਉਹ ਲੜਨੀ ਹੈ, ਫੈਸਲਾ ਹੋ ਗਿਆ। ਬੇਸ਼ੱਕ ਉਸ ਸਮੇਂ ਨਵਾਬ ਕਪੂਰ ਸਿੰਘ ਜੀ ਹਾਜ਼ਰ ਨਹੀਂ ਸੀਗੇ, ਬੁੱਢਾ ਦਲ ਦੀ ਫੌਜਾਂ ਵੀ ਹਾਜ਼ਰ ਨਹੀਂ ਸੀ, ਪਰ ਇੱਕ ਸਿੱਖਾਂ ਤੇ ਵਿਸ਼ਵਾਸ ਸੀ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਸੀ ਕਿ ਜੋ ਉਹਨਾਂ ਦਾ ਹੁਕਮ ਆਇਆ ਉਹ ਮੰਨਣਾ, ਇਹ ਨਹੀਂ ਕਿ ਅਸੀਂ ਬਦਲ ਲੈਣਾ। ਅੱਜ ਕੱਲ ਤੇ ਸਿੱਖ ਬੱਚੇ ਦਾ ਨਾਮਕਰਨ ਦੇ ਲਈ ਹੁਕਮਨਾਮਾ ਲੈਂਦੇ ਨੇ, ਜੇ ਸ਼ਬਦ ਨਾ ਪਸੰਦ ਆਵੇ ਤੇ ਨਾ ਵੀ ਕੋਈ ਹੋਰ ਰੱਖ ਲੈਂਦੇ ਨੇ। ਅੱਜ ਤੇ ਹਾਲਾਤ ਇਦਾਂ ਦੇ ਬਣ ਗਏ ਨੇ, ਉਦੋਂ ਤੇ ਜਾਨ ਦੀ ਬਾਜੀ ਦੀ ਗੱਲ ਹੁੰਦੀ ਸੀ, ਸਿੱਖ ਉਦੋਂ ਪਿੱਛੇ ਨਹੀਂ ਹਟੇ। ਤੇ ਅਖੀਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ, ਅਗਵਾਈ ਲੈ ਕੇ ਸਿੱਖਾਂ ਨੇ ਕਸੂਰ ਦੇ ਉੱਤੇ ਹਮਲਾ ਬੋਲਿਆ।
ਉਹਦੇ 12 ਕਿਲੇ ਸਨ। ਸਿੱਖਾਂ ਦੀ ਜਿਹੜੀ ਅੱਗੇ CID ਫੌਜ ਸੀਗੀ ਕੁਝ ਗਿਣਤੀ ਦੇ, ਕਿ ਉੱਥੋਂ ਬੈਠੇ ਜਿਹੜੇ ਮੁਗਲ ਨੇ ਉਹ ਕੀ ਕਰ ਰਹੇ ਨੇ ਉਹ ਦੱਸਿਆ ਜਾਵੇ। ਉਹਨਾਂ ਨੇ ਦੱਸਿਆ ਜਿਹੜੇ ਇਹ ਪਠਾਨ ਨੇ ਉੱਥੋਂ ਦੇ ਕਸੂਰ ਦੇ, ਉਹ ਆਪਣੇ ਤਹਿਖਾਨਿਆਂ 'ਚ ਸੁੱਤੇ ਪਏ ਨੇ। ਦੁਪਹਿਰ ਦੇ ਸਮੇਂ ਜਿਹੜਾ ਹਮਲਾ ਉਹ ਕੀਤਾ ਜਾਵੇ ਤੇ ਬੜਾ ਢੁਕਮਾ ਰਹੇਗਾ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਬਹੁਤ ਗਰਮੀ ਹੈ, ਉਸ ਸਮੇਂ ਵੀ ਬਹੁਤ ਜ਼ਿਆਦਾ ਗਰਮੀ ਹੁੰਦੀ ਸੀ ਤੇ ਜਿਹੜੇ ਪਠਾਨ ਸੀ ਉਹ ਆਪਣੇ ਤਹਿਖਾਨਿਆਂ ਦੇ ਵਿੱਚ ਸੁੱਤੇ ਪਏ ਸਨ। ਉਹਨਾਂ ਨੂੰ ਕੋਈ ਫਿਕਰ ਨਹੀਂ ਸੀ ਕਿ ਸਾਡੇ ਉੱਤੇ ਵੀ ਕੋਈ ਚੜ ਕੇ ਆ ਜਾਊਗਾ। ਤੇ ਅਖੀਰ ਸਿੱਖਾਂ ਨੇ 12 ਕਿਲੇ ਜਿਵੇਂ ਉਹਨਾਂ ਨੇ ਬਣਾਏ ਹੋਏ ਸੀ, ਇੱਕੋ ਦਿਨ 12 ਕਿਲਿਆਂ ਦੀ ਜਿਹੜੀ ਘੇਰਾਬੰਦੀ ਕੀਤੀ ਉੱਤੇ ਪਹੁੰਚ ਕੇ। ਜਿਹੜਾ ਪਹਿਲਾ ਕਿਲਾ ਸੀ ਉਸਮਾਨ ਖਾਨ ਦਾ, ਜਿੱਥੇ ਉਹ ਇੱਕ ਬ੍ਰਾਹਮਣੀ ਨੂੰ ਚੁੱਕ ਕੇ ਲੈ ਗਿਆ ਸੀਗਾ। ਪਹਿਲਾਂ ਉਹਦੇ 500 ਬੰਦੇ ਜਿਹੜੇ ਨੇ ਉਹਨਾਂ ਦਾ ਕਤਲ ਕੀਤਾ, ਉਹਨਾਂ ਨਾਲ ਯੁੱਧ ਹੋਇਆ ਤੇ 500 ਬੰਦਾ ਉਹਨਾਂ ਦਾ ਮਾਰਿਆ ਗਿਆ। ਫਿਰ ਉਸਮਾਨ ਨਾਲ ਦਾ ਜਿਹੜਾ ਉਹਦਾ ਭਤੀਜਾ ਸੀ ਉਸਮਾਨ ਖਾਨ ਦਾ, ਉਹ ਬੜਾ ਤਾਕਤਵਰ ਯੋਧਾ ਸੀ, ਜਿਹਦਾ ਉਸ ਖਿੱਤੇ 'ਚ ਇੱਕ ਬੜਾ ਨਾਂ ਸੀ। ਵਿਰੋਧੀ ਉਤੋਂ ਥਰ-ਥਰ ਕੰਬਦੇ ਸੀ। ਸਿੱਖ ਯੋਧਿਆਂ ਨੇ ਫਿਰ ਉਹਨੂੰ ਜਾ ਕੇ ਘੇਰਿਆ। ਜਿਸ ਬੰਦੇ ਤੋਂ ਵਿਰੋਧੀ ਥਰ-ਥਰ ਕੰਬਦੇ ਸੀ, ਉਹ ਸਿੱਖਾਂ ਦੇ ਅੱਗੇ ਹੱਥ ਖੜੇ ਕਰਕੇ ਖੜਾ ਹੋ ਗਿਆ ਕਿ ਲਓ ਵੀ ਸਿੱਖੋ, ਮੈਂ ਤੁਹਾਡੇ ਅੱਗੇ ਹੱਥ ਖੜੇ ਕਰਤੇ, ਮੇਰੇ ਤੇ ਹਮਲਾ ਨਾ ਕਰਿਓ। ਉਹ ਇੰਨੀ ਵੱਡੀ ਰਿਆਸਤ ਹੈ, ਉਹ ਸਿੱਖਾਂ ਨੇ ਮਿੰਟ 'ਚ ਮਿੱਟੀ 'ਚ ਮਿਲਾ ਦਿੱਤੀ, ਜਿਹਦੇ 12 ਕਿਲੇ ਸਨ, ਜਿਹਨੂੰ ਅਫਗਾਨ ਤੇ ਮੁਗਲ ਫਤਿਹ ਨਹੀਂ ਕਰ ਸਕੇ। ਸੋ ਉਹ ਜਿਹੜੀ ਬ੍ਰਾਹਮਣੀ ਸੀ, ਸਿੱਖਾਂ ਨੇ ਉਸ ਬ੍ਰਾਹਮਣ ਦੇ ਹਵਾਲੇ ਕੀਤੀ, ਇੱਕ ਧੀ ਭੈਣ ਦੀ ਰੱਖਿਆ ਕੀਤੀ। ਇਹ ਇੱਕ ਨਹੀਂ, ਬੜੀ ਹੀ ਐਗਜ਼ਾਮਪਲਾਂ ਸਿੱਖ ਇਤਿਹਾਸ 'ਚ ਮਿਲਦੀਆਂ। ਅੱਜ ਸਮਾਂ ਥੋੜਾ, ਮੈਂ ਇੰਨੀ ਕੁ ਜਿਹੜੀ ਵਿਚਾਰਾਂ ਕਰਕੇ ਸਮਾਪਤੀ ਕਰਾਂਗਾ ਕਿ ਜਿਹੜੀ ਵਿਸਾਖੀ ਹੈ ਉਹਨੇ ਕਿੰਨਾ ਕੁਝ ਬਦਲਿਆ। ਅੱਗੇ ਔਰਤਾਂ ਨੂੰ ਚੁੱਕ ਕੇ ਲੈ ਜਾਂਦੇ ਸੀ, ਪਰ ਉਹ ਸਮਾਂ ਬਦਲ ਗਿਆ ਕਿ ਸਿੱਖਾਂ ਨੇ ਕਿਹਾ ਨਹੀਂ, ਹੁਣ ਉਹ ਗੱਲ ਨਹੀਂ ਕਿ ਮੁਗਲ ਜੋ ਆਉਣਗੇ ਤੇ ਉਹ ਫੈਸਲਾ ਹੋਊਗਾ, ਜੋ ਫੈਸਲਾ ਗੁਰੂ ਦਾ ਖਾਲਸਾ ਕਰੂਗਾ ਉਹੀ ਹੋਊਗਾ। ਇਸ ਤਰੀਕੇ ਦੇ ਨਾਲ ਸਿੱਖਾਂ ਨੇ ਉਸ ਸਮੇਂ ਹਿੰਦੂਆਂ ਦੀਆਂ ਬਹੁ ਬੇਟੀਆਂ ਦੀਆਂ ਜਿਹੜੀਆਂ ਰੱਖਿਆ ਕੀਤੀਆਂ। ਨਾਲ ਦੀ ਨਾਲ 1763 ਦੇ ਵਿੱਚ ਜਿਹੜੇ ਉਸ ਸਮੇਂ ਦੇ ਵਪਾਰੀ ਸੀਗੇ, ਉਸ ਸਮੇਂ ਦੇ ਕਿਸਾਨ ਸੀ, ਉਹਨਾਂ ਨੂੰ ਮੀਰ ਮੰਨੂ ਨੂੰ ਉਹਦਾ ਜਿਹੜਾ ਹਰਜਾਨਾ ਦੇਣਾ ਪੈਂਦਾ ਸੀ। ਸਿੱਖਾਂ ਨੇ ਐਲਾਨ ਕੀਤਾ ਅੱਜ ਤੋਂ ਬਾਅਦ ਕੋਈ ਵੀ ਮੁਗਲਾਂ ਨੂੰ ਹਰਜਾਨਾ ਨਹੀਂ ਦੇਵੇਗਾ। ਉਹ ਵੀ ਵਿਸਾਖੀ ਵਾਲੇ ਦਿਨ ਫੈਸਲਾ ਹੋਇਆ। ਸਾਡਾ ਜ਼ਿੰਦਗੀ ਦਾ ਬਹੁਤ ਵੱਡੇ ਜਿਹੜੇ ਇਤਿਹਾਸਕ ਪੱਖ ਨੇ ਉਹ ਵਿਸਾਖੀ ਦੇ ਨਾਲ ਜੁੜੇ ਹੋਏ ਨੇ। ਵਿਸਾਖੀ ਤੋਂ ਬਾਅਦ ਹੀ ਜਿਹੜਾ ਦਰਾ ਖੈਬਰ ਹੈ ਉਹਦਾ ਸਿੱਖਾਂ ਨੇ ਰਾਹ ਬੰਦ ਕਰਿਆ ਸੀ ਪੱਕੇ ਤੌਰ ਤੇ, ਜਿਹੜਾ ਅੱਜ ਤੱਕ ਵੀ ਨਹੀਂ ਉਹ ਖੋਲ ਸਕੇ ਅਫਗਾਨਿਸਤਾਨ ਵਾਲੇ। ਸੋ ਸਾਡੇ ਲਈ ਜਿਹੜੀ ਵਿਸਾਖੀ ਹੈ ਉਹ ਇੱਕ ਨਵੀਂ ਸਵੇਰ, ਨਵਾਂ ਇੱਕ ਸੂਰਜ ਲੈ ਕੇ ਆਈ ਸੀ। ਉਹ ਕੱਲੀ ਸਿੱਖਾਂ ਲਈ ਨਹੀਂ, ਸਭ ਤੋਂ ਪਹਿਲਾਂ ਹਿੰਦੁਸਤਾਨ ਦੇ ਲੋਕਾਂ ਲਈ, ਜਿਨ੍ਹਾਂ ਨੂੰ ਮੁਗਲਾਂ ਵੱਲੋਂ ਉਸ ਸਮੇਂ ਦਰੜਿਆ ਕੁਚਲਿਆ ਜਾਂਦਾ ਸੀਗਾ, ਇਹਨਾਂ ਨੂੰ ਕੋਈ ਪੁੱਛਿਆ ਨਹੀਂ ਜਾਂਦਾ ਸੀਗਾ। ਜਿਵੇਂ ਦੇ ਉਹ ਹਾਕਮ ਆਪਣਾ ਮਨ ਮਰਜ਼ੀਆਂ ਕਰਨਾ ਚਾਹੁੰਦੇ ਸੀ ਉਹ ਕਰਦੇ ਰਹੇ ਨੇ। ਪਰ ਅੱਜ ਦੀ ਆਪਾਂ ਹੁਣ ਗੱਲ ਕਰ ਲਈਏ ਕਿ ਅੱਜ ਕੀ ਸਿੱਖਾਂ ਦੇ ਵਿੱਚ ਉਹ ਅੱਜ ਜਿਹੜੀ ਸਪਿਰਿਟ ਹੈ ਉਹ ਘੱਟ ਹੋ ਗਈ ਹੈ, ਖਤਮ ਹੋ ਗਈ ਹੈ। ਅੱਜ ਅਸੀਂ ਬੜੇ ਇੰਨੇ ਅਵੇਸਲੇ ਹੋ ਗਏ ਆ। ਅੱਜ ਸਿੱਖਾਂ ਦੇ ਉੱਤੇ ਥਾਂ ਦੇ ਉੱਤੇ ਇੰਨੇ ਹਮਲੇ ਹੋ ਰਹੇ ਨੇ, ਪਰ ਜਿਹੜੇ ਸਿੱਖ ਨੇ ਉਹ ਮਤਲਬ ਬਹੁਤ ਗਿਣਤੀ 'ਚ, ਕੁਛ ਕੁ ਜਾਗਰੂਕ ਨੇ ਪਰ ਬਹੁਤ ਗਿਣਤੀ ਦੇ ਵਿੱਚ ਥੋੜੇ ਜਿਹੇ ਅਵੇਸਲੇ ਹੋਏ ਨੇ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਦੇ ਉੱਤੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਸਿਰਫ ਇੱਕ ਖਬਰ ਸਮਝ ਕੇ ਪੜ੍ਹ ਕੇ ਗੱਲ ਖਤਮ ਕਰ ਦਿੰਦੇ ਆ, ਉਸ ਤੋਂ ਅੱਗੇ ਕੁਝ ਵੀ ਨਹੀਂ। ਸਾਡੇ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਕਿੰਨੇ ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਨੇ। ਕਿਸੇ ਨੂੰ 22 ਸਾਲ ਹੋ ਗਏ ਨੇ, ਕਿਸੇ ਨੂੰ 28 ਹੋ ਗਏ ਨੇ, ਕਿਸੇ ਨੂੰ 30 ਹੋ ਗਏ ਨੇ, ਪਰ ਕੋਈ ਵੀ ਸਾਡੀ ਅੱਜ ਗੱਲ ਸੁਣਨ ਨੂੰ ਤਿਆਰ ਨਹੀਂ। ਜਾਂ ਪੂਰੀ ਸਮੁੱਚੀ ਕੌਮ ਉਹਨਾਂ ਪ੍ਰਤੀ ਕਦੋਂ ਆਵਾਜ਼ ਬੁਲੰਦ ਕਰੂਗੀ। ਸੋ ਸਾਡੇ ਕੋਲੇ ਇੰਨੇ ਜਿਹੜੇ ਮਸਲੇ ਨੇ, ਉਹਨਾਂ ਮਸਲਿਆਂ ਨੂੰ ਅਸੀਂ ਅਕਾਲ ਯੂਥ ਸਾਡੀ ਜਥੇਬੰਦੀ ਹੈ, ਉਹਦੇ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਅਗਵਾਈ 'ਚ ਅਸੀਂ ਕੰਮ ਕਰ ਰਹੇ ਹਾਂ। ਜਿਹੜੇ ਪੰਥਕ ਮੁੱਦਿਆਂ ਦੇ ਉੱਤੇ ਪਹਿਲ ਦੇ ਰਹੇ ਆ, ਭਾਵੇਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਵੇ, ਸਿੱਖਾਂ ਦੇ ਉੱਤੇ ਹਮਲਿਆਂ ਦੀ ਗੱਲ ਹੋਵੇ, ਜਾਂ ਸਾਡਾ ਸਿੱਖ ਇਤਿਹਾਸ ਹੈ ਉਹਨੂੰ ਬਦਲਿਆ ਜਾ ਰਿਹਾ, ਉਹਨੂੰ ਮਲੀਆ ਮੇਟ ਕੀਤਾ ਜਾ ਰਿਹਾ, ਜਾਂ ਉਹਦੀ ਗੱਲ ਹੋਵੇ, ਉਹਤੇ ਅਸੀਂ ਪਹਿਰਾ ਦੇ ਰਹੇ ਹਾਂ। ਸੋ ਆਓ ਅੱਜ ਦੀ ਜਿਹੜੀ ਵਿਸਾਖੀ ਦਾ ਤਿਉਹਾਰ ਹੈ, ਦਿਨ ਹੈ, ਮਨਾਇਆ ਤਾਂ ਹੀ ਸਫਲ ਹੋਵੇਗਾ। ਆਪਣੇ ਬੱਚਿਆਂ ਨੂੰ
ਘਰਾਂ ਘਰਾਂ ਦੇ ਵਿੱਚ ਕਿਤਾਬਾਂ ਲਿਆ ਕੇ ਦਈਏ। ਜੇ ਨਹੀਂ ਇੱਥੇ ਮਿਲਦੀਆਂ ਤੇ ਸਾਨੂੰ ਸੰਪਰਕ ਕਰੋ। ਉੱਥੇ ਦੱਸਿਆ ਜਾਵੇ ਕਿ 1699 ਤੋਂ ਬਾਅਦ ਜਿਹੜੇ ਖਾਲਸਾ ਪੰਥ ਨੇ ਇਸ ਖਿੱਤੇ 'ਚ ਹਿੰਦੁਸਤਾਨ ਤੇ ਏਸ਼ੀਆ 'ਚ ਕਿਹੜੇ ਬਦਲਾਅ ਕੀਤੇ ਨੇ। ਵਿਸਾਖੀ ਤੋਂ ਬਾਅਦ ਕਿਵੇਂ ਇਸ ਦੀ ਭੂਗੋਲਿਕ ਜਿਹੜੀ ਸਥਿਤੀ ਹੈ ਉਹ ਬਦਲੀ ਹੈ। ਸਿੱਖਾਂ ਨੇ ਇਸ ਮੁਲਕ ਦੇ ਲੋਕਾਂ ਦੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ। ਇਹ ਸਾਰਿਆਂ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਅਸੀਂ ਦੱਸਣਾ। ਸੋ ਇੰਨੀ ਕੁ ਜਿਹੜੀ ਬੇਨਤੀਆਂ ਪ੍ਰਵਾਨ ਕਰਨਾ। ਮੈਂ ਪ੍ਰਬੰਧਕਾਂ ਦਾ ਬੜਾ ਧੰਨਵਾਦੀ ਹਾਂ। ਭਾਈ ਮਨਦੀਪ ਸਿੰਘ ਨੇ, ਮਾਸਟਰ ਜੀ ਬੈਠੇ ਨੇ, ਸਤਗੋਲੀ ਚੋਂ ਪ੍ਰਧਾਨ ਜੀ ਬੈਠੇ ਨੇ, ਮਨਮੋਹਨ ਸਿੰਘ, ਨਰਿੰਦਰ ਸਿੰਘ ਜੀ ਬੈਠੇ ਨੇ, ਹੋਰ ਬੇਅੰਤ ਗੁਰਸਿੱਖ ਪਿਆਰੇ ਬੈਠੇ ਨੇ, ਜਿਨ੍ਹਾਂ ਨੇ